ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਮਿਸਟਰ ਰਵਿੰਦਰ ਸਿੰਘ ਕਲਸੀ ਨਾਲ, ਜਿਹੜੇ ਕਿ ਕ੍ਰੈਡਿਟ ਕਾਉਂਸਲਰ ਹਨ। ਅੱਜ ਆਓ ਇਹਨਾਂ ਦੇ ਕੋਲੋਂ ਕੁਝ ਜਾਣਕਾਰੀ ਲੈਂਦੇ ਹਾਂ ਕਿ ਹਾਲ ਹੀ ਵਿੱਚ ਜਿਹੜਾ 1 ਜਨਵਰੀ ਨੂੰ ਫਿਸਕਲ ਕਲਿਫ ਦੇ ਬਾਰੇ ਜੋ ਬਹੁਤ ਚਰਚਾ ਚੱਲ ਰਹੀ ਸੀ, ਉਹ ਤਾਂ ਰਿਪਬਲਿਕਨਸ ਅਤੇ ਡੈਮੋਕ੍ਰੈਟਸ ਨੇ ਸਾਂਝ ਪਾ ਕੇ ਉਸ ਨੂੰ ਪਾਸ ਕਰ ਦਿੱਤਾ। ਲੇਕਿਨ ਇੱਕ ਹੋਰ ਡੈਡਲਾਈਨ ਜਿਹੜੀ ਬੜੀ ਮਹੱਤਤਾ ਦਾ ਵਿਸ਼ਾ ਇਸ ਸਮੇਂ ਬਣੀ ਪਈ ਹੈ, ਮਾਰਚ 30, ਉਸ ਦਿਨ ਕੀ ਹੋਣ ਵਾਲਾ ਹੈ ਤੇ ਇਸ ਦੇ ਕੀ ਰੈਮੀਫਿਕੇਸ਼ਨਸ ਪੈ ਸਕਦੇ ਨੇ ਦੁਨੀਆ ਭਰ ਵਿੱਚ ਅਤੇ ਖਾਸ ਤੌਰ 'ਤੇ ਕੈਨੇਡਾ ਵਿੱਚ। आओ जानकारी लेने रविंदर सिंह कलसी जी तो। जय अनु जी, वंस अगेन वेलकम टू द प्रोग्राम। थैंक यू हरप्रीत जी और तमाम व्यूअर्स ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ। जय अनु जी। ਸੋ ਗੱਲਬਾਤ ਕਰੀ ਜੀ ਫਿਸਕਲ ਕਲਿਫ ਦੇ ਬਾਰੇ। ਜਿਸ ਤਰ੍ਹਾਂ ਤੁਸੀਂ ਬੜਾ ਵਧੀਆ ਤਰੀਕੇ ਨਾਲ ਲਾਸਟ ਟਾਈਮ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 1 ਜਨਵਰੀ ਦਾ ਜਿਹੜਾ ਇੱਕ ਡੈਡਲਾਈਨ ਹੈਗੀ ਹੈ, ਇਹਦਾ ਜੇ ਨਹੀਂ ਹੁੰਦਾ ਤੇ ਜੇ ਹੋ ਜਾਂਦਾ ਕੀ ਹੋਏਗਾ। ਹੁਣ ਇਹ ਮਾਰਚ 30 ਬਾਰੇ ਵੀ ਕਾਫੀ ਚਰਚਾ ਚੱਲ ਰਹੀ ਹੈ, ਉਹਨੂੰ ਫਿਸਕਲ ਕਲਿਫ ਨਾਲ ਰਿਲੇਟ ਕੀਤਾ ਜਾ ਰਿਹਾ। ਸੋ ਵਾਟ ਇਜ਼ ਦੈਟ? ਵੈਲ ਟੈਕਨੀਕਲੀ ਕੀ ਸੀਗਾ ਕਿ ਫਿਸਕਲ ਕਲਿਫ ਦੇ ਵਿੱਚ ਨੈਗੋਸੀਏਸ਼ਨ ਜਿਹੜੀਆਂ ਸੀ ਦੋਨੋਂ ਪਾਰਟੀਆਂ ਦੇ ਵਿੱਚ, ਉਹ 1 ਜਨਵਰੀ ਇਸ ਲਈ ਉਹਨੂੰ ਡੈਡਲਾਈਨ ਗਿਣਿਆ ਗਿਆ ਸੀਗਾ ਕਿਉਂਕਿ ਅਗਲੇ 3 ਕੁ ਮਹੀਨਿਆਂ ਦੇ ਵਿੱਚ ਉਹ 'ਚ ਕੀ ਚੇਂਜਸ ਆਉਣ ਤਾਂ ਕਿ ਅਸੀਂ ਆਪਣੇ ਆਪ ਨੂੰ ਪੋਜੀਸ਼ਨ ਕਰ ਸਕੀਏ। ਪਹਿਲੋਂ ਤੇ ਇਹਨਾਂ ਦੋਨੋਂ ਪਾਰਟੀਆਂ 'ਚ ਡੈਮੋਕ੍ਰੈਟਿਕ ਤੇ ਰਿਪਬਲਿਕਨ ਦੇ ਵਿੱਚ ਇੱਕ ਡੈਡਲੌਕ ਸੀਗਾ, ਜਿਵੇਂ ਮੈਂ ਤੁਹਾਨੂੰ ਕੋਆਪਰੇਟ ਹੀ ਨਹੀਂ ਕਰਨਾ ਤੇ ਕੀ ਕਰ ਲਓਗੇ। ਸੋ ਅਸੀਂ ਇੱਕ ਦੂਜੇ ਨੂੰ ਡਿੱਗਣ ਦੇ ਚੱਕਰ 'ਚ ਸੀਗੇ। ਜੇ ਰੱਬ ਨਾ ਕਰੇ ਉਹ ਹੋ ਜਾਂਦਾ ਤੇ ਅਮਰੀਕਾ ਦੇ ਵਿੱਚ ਬੜਾ ਵੱਡਾ ਫਾਈਨੈਂਸ਼ੀਅਲ ਕ੍ਰੈਸ਼ ਹੋਣਾ ਸੀ। ਕਿਉਂ? ਕਿਉਂਕਿ ਅਮਰੀਕਾ ਹੀ ਜਿਹੜਾ ਉਹ ਮੇਨਲੀ ਕਹਿ ਲਓ ਮੇਨ ਸਟਰੀਮ ਦੇ ਵਿੱਚ ਫਾਈਨੈਂਸ਼ੀਅਲ ਸੋਰਸ ਹੈ ਜਿਹਨੂੰ ਸਾਰੀਆਂ ਇਕੋਨਮੀਆਂ ਵੇਖ ਕੇ ਚੱਲਦੀਆਂ। ਸੋ ਬੜਾ ਵੱਡਾ ਡਿਜ਼ਾਸਟਰ ਸੀ। ਯੂਰਪ 'ਚ ਅੱਗੇ ਬਹੁਤ ਬੁਰੀ ਹਾਲਤ ਹੈ ਤੇ ਇਹਨੇ ਹੋਰ ਕੰਟਰੀਬਿਊਟ ਕਰਨਾ ਸੀ। ਪਰ ਥੈਂਕ ਗॉड ਕਿ ਜਿਹੜੇ ਕੁਛ ਉਹਨਾਂ ਦੇ ਸਿਆਣੇ ਬੰਦੇ ਸੀ, ਉਹਨਾਂ ਨੇ ਕਿਹਾ ਵੀ ਹੁਣ ਇਸ ਵੇਲੇ ਇਸ ਡੈਡਲੌਕ ਨੂੰ ਤੋੜ ਕੇ ਕੁਛ ਲੈ ਲਈਏ, ਕੁਛ ਦੇ ਦਈਏ। ਠੀਕ ਨੈਗੋਸ਼ੀਏਸ਼ਨ ਹੋਈ। ਹਾਂਜੀ, ਓਬਾਮਾ ਸਾਹਿਬ ਦੀ ਜਿਹੜਾ ਉਦੋਂ ਆਫਰ ਸੀ 250,000 ਸੀਗੀ। ਉਹ ਕਰਦੇ ਕਰਦੇ 450 ਤੇ ਆ ਗਏ ਉਹ ਜੀ। ਚਲੋ 450 ਤੇ ਅਸੀਂ ਰਜ਼ਾਮੰਦ ਹੋ ਗਏ। ਪਰ ਇੱਕ ਜਿਹੜਾ ਨੁਕਤਾ ਉਹ ਛੱਡ ਗਏ, ਉਹ ਸੀਗਾ ਡੈਟ ਸੀਲਿੰਗ ਦਾ। ਕਿ ਜਿਹੜੀ ਗਵਰਨਮੈਂਟ ਆ ਉਹ ਕਿੰਨਾ ਕੁ ਪੈਸਾ ਖਰਚ ਸਕਦੀ ਹੈ, ਕਿੰਨਾ ਨਹੀਂ ਖਰਚ ਸਕਦੀ। ਹੁਣ ਜੇ ਬਾਈ ਦੀ ਵੇ ਤੁਸੀਂ ਮੈਨੂੰ ਇੱਕ ਬੰਨੇ ਕਹਿ ਦਿਓ ਵੀ ਅੱਛਾ ਤੁਸੀਂ ਕੰਮ ਕਰ ਲਓ ਔਰ ਦੂਜੇ ਬੰਨੇ ਕਰੋ ਪੈਸੇ ਨਹੀਂ ਤੁਹਾਨੂੰ ਮਿਲਣਗੇ ਤੇ ਕੰਮ ਕਿਵੇਂ ਚੱਲਾਂਗੇ। ਬਿਲਕੁਲ ਠੀਕ ਹੈ। ਹੁਣ ਜਿਹੜੀ 31 ਤਰੀਕ ਹੈ, 31 ਮਾਰਚ, ਜਿਹੜੀ ਬੁਸ਼ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀਆਂ ਵੀ ਉਹਨਾਂ ਨੇ ਪਾਲਿਸੀਜ਼ ਪਾਸ ਕੀਤੀਆਂ ਸੀਗੀਆਂ, ਹੁਣ ਉਹਨਾਂ ਦੀ ਐਕਸਪੀਰੇਸ਼ਨ ਜਿਹੜੀ ਹੈ, ਯਾਨੀ ਡੇਟ ਐਕਸਪਾਇਰ ਹੁੰਦੀ ਉਹ 31 ਮਾਰਚ ਹੈ। ਠੀਕ ਹੈ। ਜੇ ਅਸੀਂ 31 ਮਾਰਚ ਤੱਕ ਆਪਣੇ ਆਪ ਨੂੰ ਰੀਪੋਜੀਸ਼ਨ ਕਰਕੇ ਆਪਸ 'ਚ ਕੋਈ ਨਵਾਂ ਇੱਕ ਪੈਕਟ ਨਹੀਂ ਬਣਾ ਲੈਂਦੇ ਕਿ ਇਹ ਚੀਜ਼ਾਂ ਸਾਨੂੰ ਮਨਜ਼ੂਰ ਹੈ ਐਂਡ ਲੈਟਸ ਗੈਟ ਔਨ, ਠੀਕ ਹੈ, ਫਿਰ ਕੀ ਹੋਏਗਾ ਕਿ 31 ਮਾਰਚ ਨੂੰ ਜਦੋਂ ਇਹ ਸਾਰੀਆਂ ਚੀਜ਼ਾਂ ਐਕਸਪਾਇਰ ਹੋਣਗੀਆਂ ਤੇ ਕਹਿ ਲਓ ਉਹਨਾਂ ਦੇ ਉੱਤੇ ਕੋਈ ਕੰਟਰੋਲ ਨਹੀਂ ਰਹੇਗਾ। ਜਦੋਂ ਕੰਟਰੋਲ ਨਹੀਂ ਰਹੇਗਾ, ਓਬਵੀਅਸਲੀ ਹਰ ਚੀਜ਼ਾਂ ਆਊਟ ਆਫ ਰੀਚ ਹੋ ਜਾਣਗੀਆਂ। ਅੱਛਾ, ਹੁਣ ਗਵਰਨਮੈਂਟ ਨੂੰ ਪੈਸਾ ਚਾਹੀਦਾ, ਓਬਾਮਾ ਗਵਰਨਮੈਂਟ ਨੂੰ ਪੈਸਾ ਚਾਹੀਦਾ ਹੈ ਆਪਣੇ ਜਿਹੜੇ ਪ੍ਰੋਗਰਾਮਸ ਹੈ ਇੰਪਲੀਮੈਂਟ ਕਰਨ ਨੂੰ ਜੀ, ਔਰ ਰਿਪਬਲਿਕਨਸ ਉਹਨਾਂ ਨੂੰ ਪੈਸਾ ਦੇਣਾ ਨਹੀਂ ਚਾਹੁੰਦੇ ਜੀ। ਠੀਕ ਹੈ। ਹੁਣ ਇਹਦੇ ਵਿੱਚ ਕੁਝ ਪੋਲੀਟੀਕਲ ਮੋਟਿਵ ਹੈ ਕਿ ਮੈਂ ਚਾਹੁੰਦਾ ਤੁਸੀਂ ਕਿਉਂ ਕਾਮਯਾਬ ਹੋਵੋ, ਜੇ ਤੁਸੀਂ ਡਿੱਗੋਗੇ ਸਾਡੇ ਚਾਂਸਿਸ ਹੈ ਕੱਲ੍ਹ ਨੂੰ ਵਾਪਸ ਆਉਣ ਦੇ। ਸੋ ਇਹ ਜਿਹੜੇ ਪੋਲੀਟੀਕਲ ਮੋਟਿਵਸ ਨੇ, ਇਹ ਬੇਸਿਕਲੀ ਸਾਰਿਆਂ ਦੇ ਉੱਤੇ ਇਸ ਵੇਲੇ ਡਾਰਕ ਕਲਾਊਡਸ ਵਾਂਗੂ ਲੂਮ ਕਰ ਰਹੇ ਨੇ, ਯਾਨੀ ਉੱਪਰ ਛਤਰਾਏ ਹੋਏ ਨੇ। ਪਰ ਜੇ ਰੱਬ ਨਾ ਕਰੇ ਇਹ ਨਾ ਹੋਇਆ ਤੇ ਦੇਰ ਇਜ਼ ਅ ਪੋਸੀਬਲ ਚਾਂਸ ਕਿ ਜਿਹੜਾ ਅਸੀਂ ਕ੍ਰੈਸ਼ ਅਵਰਟ ਕੀਤਾ ਹੈ 1 ਜਨਵਰੀ ਨੂੰ, ਉਹ ਹੁਣ ਮੁੜ ਇੱਥੇ ਫਿਰ ਆ ਜਾਏ। ਸੋ ਇਹਦੇ ਵਿੱਚ ਜਿਸ ਤਰ੍ਹਾਂ ਇਹ ਨੈਗੋਸ਼ੀਏਸ਼ਨਸ ਲਾਸਟ ਮਿੰਟ ਤੇ ਹੋਈਆਂ, ਅਗੇਨ ਉੱਤੇ ਵੀ ਜਿਹੜਾ ਕਲਾਈਮੈਕਸ ਹੈਗਾ ਸੀ ਉਹ ਬਣਿਆ ਪਿਆ ਸੀ। ਦੋ ਪੀਪਲ ਵਰ ਐਕਸਪੈਕਟਿੰਗ ਸਮਥਿੰਗ ਟੂ ਹੈਪਨ, ਬਟ ਉਹ ਲਾਸਟ ਮਿੰਟ ਤੇ ਪਹਿਲਾਂ ਵੀ ਜਦੋਂ ਹੋਇਆ ਸੀ ਇੱਕ ਵਾਰੀ ਇਸ ਤਰ੍ਹਾਂ ਹੀ ਹੋਇਆ ਸੀ, ਐਤਕੀ ਵੀ ਹੋਇਆ। ਸੋ ਤੁਹਾਨੂੰ ਕੀ ਲੱਗ ਰਿਹਾ ਕਿ ਇਸ ਪ੍ਰਤੀ ਹੁਣ ਤੋਂ ਕੋਈ ਟਾਕਸ ਇਨੀਸ਼ੀਏਟ ਹੋ ਗਈਆਂ ਨੇ ਕਿ ਦ ਸੇਨਰ ਮਾਈਂਡਸ ਇਨ ਬੋਥ ਦ ਪਾਰਟੀਜ਼ ਹੈਵ ਦੇ ਸਟਾਰਟਡ ਥਿੰਕਿੰਗ ਔਨ ਥੀਸ ਗਰਾਊਂਡਸ ਤੇ ਕੋਈ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ? ਦੇਖੋ, ਅਸੀਂ ਕਿਉਂਕਿ ਆਈ ਟਰਾਈ ਟੂ ਕੀਪ ਟਰੈਕ ਆਫ ਈਚ ਐਂਡ ਐਵਰੀਥਿੰਗ, ਜਦੋਂ ਵੀ ਸਪੈਸ਼ਲੀ ਸੰਡੇ ਨੂੰ ਜਿਹੜੇ ਪ੍ਰੈਸ ਦੇ ਪੈਨਲਸ ਹੁੰਦੇ ਨੇ ਜਿੱਥੇ ਆਪੋ ਆਪਣੇ ਮਿਨਿਸਟਰ ਆ ਕੇ ਆਪੋ ਆਪਣੇ ਵਿਊਜ਼ ਦੱਸਦੇ ਨੇ, ਦੇਖੋ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਟਸ ਅ ਵੈਰੀ ਡੇਂਜਰਸ ਪੋਜੀਸ਼ਨ, ਪਰ ਦੂਸਰੇ ਬੰਨੇ ਇਸ ਸਿਚੁਏਸ਼ਨ ਨੂੰ ਅਵਰਟ ਕਰਨ ਲਈ ਹਰ ਬੰਦਾ ਲਾਸਟ ਮੂਮੈਂਟ ਤੇ ਬੈਠਾ ਹੈ। ਲਾਸਟ ਮੂਮੈਂਟ ਤੇ ਇਹ ਹੁੰਦਾ ਹੈ ਕਿ ਜੇ ਤੇ ਅਸੀਂ ਅੱਜ ਦੋਨੇ ਜਣੇ ਨੈਗੋਸੀਏਸ਼ਨ ਕਰ ਲਈਏ ਤੇ ਚਲੋ ਸੁਲਹ ਸਫਾਈ ਹੋ ਗਈ, ਗੱਲ ਮੁੱਕ ਗਈ। ਪਰ ਜਦੋਂ ਮੈਂ ਐਂਡ ਤੇ ਹੁੰਨਾ ਹੈ ਤੇ ਫਿਰ ਮੈਂ ਕਹਿੰਦਾ ਵੀ ਓਕੇ ਮੈਂ ਤੈਨੂੰ 50 ਨਹੀਂ ਦਾਂਗਾ, 30 ਦਾਂਗਾ, ਤੁਸੀਂ ਕਹਿੰਦੇ 30 ਨਾ ਦੇ 40 ਦੇ। ਕਹਿਣ ਦਾ ਮਤਲਬ ਅਸੀਂ ਕਿਸੇ ਨਾ ਕਿਸੇ ਗੱਲ ਨੂੰ ਉੱਥੇ ਮੁਕਾਉਣਾ ਚਾਹੁੰਦੇ ਹਾਂ ਕਿਉਂਕਿ ਸਾਰੇ ਕੰਟਰੀ ਦੀ ਉਹਦੇ ਉੱਤੇ ਫਿਊਚਰ ਹੈ। ਹਾਂਜੀ, ਪਰ ਇਹ ਜਿਹੜਾ ਕਲਾਈਮੈਕਸ ਕ੍ਰੀਏਟ ਕਰਦੇ ਨੇ,
ਇਹ ਪੋਲੀਟੀਕਲ ਗੇਮਾਂ ਹੈਗੀਆਂ ਜੀ। ਇਹਦੇ ਵਿੱਚ ਮੈਂ ਕਹਾਂਗਾ ਮੋਰੈਲਿਟੀ ਪਾਰਟ ਆਫ ਵਿਊ ਨਾਲ ਜੇ ਜਿਹਨੂੰ ਦੇਸ਼ ਭਗਤੀ ਕਹੀਏ ਉਹ ਜਾਂ ਨਜ਼ਰ ਕੰਟਰੀ ਨਹੀਂ ਨੂੰ, ਆਉਂਦੀ। ਉਹ ਨਹੀਂ ਹੈਗੀ, ਉਹ ਨਹੀਂ ਹੈਗੀ। ਐਬਸੋਲੂਟਲੀ ਨਹੀਂ ਹੈਗੀ। Right. ਇਹ ਹਰ ਬੰਦਾ ਆਪੋ ਆਪਣੇ ਫਾਇਦੇ ਲਈ ਜਾਂ ਆਪੋ ਆਪਣੀ ਪਾਰਟੀ ਵਾਸਤੇ ਇਹ ਸਾਰੀ ਗੇਮ ਖੇਡ ਰਹੇ ਨੇ। Right. ਪਰ ਦੂਸਰੇ ਬੰਨੇ ਓਵਰਆਲ ਜੇ ਧਿਆਨ ਨਾਲ ਦੇਖਿਆ ਜਾਏ, ਅਮਰੀਕਾ ਜਿਹਨੂੰ ਵਰਲਡ ਦੀ ਸਭ ਤੋਂ ਵੱਡੀ ਪਾਵਰ ਗਿਣਿਆ ਜਾਂਦਾ ਹੈ, ਜੀ ਅੱਜ ਦੀ ਡੇਟ 'ਚ 480 ਮਿਲੀਅਨ ਲੋਕ ਅੰਡਰ ਪਾਵਰਟੀ ਰਹਿ ਰਹੇ ਆ। ਰਾਈਟ। ਜਿਸ ਕੰਟਰੀ ਆਪਣੇ ਆਪ ਨੂੰ ਸਮਝਦਾ ਜੇ ਹੁਣ ਮੈਂ ਰਾਜਾ ਹੋਵਾਂ ਤੇ ਮੇਰੀ ਪ੍ਰਜਾ ਹੀ ਭੁੱਖੀ ਹੋਵੇ, 4.8 ਮਿਲੀਅਨ। 4.8 ਹਾਂਜੀ, ਇੰਨੀ ਲੋਕ ਜਿਹੜੇ ਅਸੀਂ ਥੱਲੇ ਰਹਿ ਰਹੇ ਹਾਂ, ਜੀ। ਯੂ ਕੈਨ ਇਮੈਜਿਨ ਵਾਟਸ ਹੈਪਨਿੰਗ। Right. ਦੇਰ ਆਰ ਲੋਟ ਆਫ ਪੀਪਲ ਜਿਨ੍ਹਾਂ ਕੋਲ ਕੋਈ ਮੈਡੀਕੇਅਰ ਨਹੀਂ ਹੈਗੀ। ਲੋਕੀ 15 ਸਾਲ ਤੋਂ ਅੱਜ ਤੱਕ ਡਾਕਟਰ ਕੋਲ ਨਹੀਂ ਗਏ ਕਿਉਂਕਿ ਅਫੋਰਡ ਨਹੀਂ ਕਰ ਸਕਦੇ। ਠੀਕ ਹੈ, ਜੇ ਮੁਲਕ ਦੇ ਇੰਨੇ ਮਾੜੇ ਹਾਲ ਹੋਣ ਔਰ ਦੂਜੇ ਬੰਨੇ ਅਸੀਂ ਐਮੂਨੇਸ਼ਨ ਦੂਜੀਆਂ ਚੀਜ਼ਾਂ ਤੇ ਇਨਵੈਸਟ ਕਰ ਰਹੇ ਹਾਂ, Right. ਸੋ ਕਹਿਣ ਦਾ ਮਤਲਬ ਇਸ ਵੇਲੇ ਜਿਹੜੀ ਹੈ ਨਾ, ਉੱਥੇ ਕੋਈ ਕੰਪੈਸ਼ਨੇਟ ਉਹਨਾਂ ਨੂੰ ਲੀਡਰ ਚਾਹੀਦਾ ਹੈ Right. ਜਿਹੜੀ ਆਮ ਜਨਤਾ ਦੀ ਆਵਾਜ਼ ਸੁਣੇ, ਆਮ ਜਨਤਾ ਨੂੰ ਬੈਨੀਫਿਟ ਦੇਵੇ। ਠੀਕ। ਪਰ ਅਫਸੋਸ ਉਹ ਚੀਜ਼ਾਂ ਮਾਇਆ ਨਜ਼ਰ ਜਿਹੜੀ ਨਹੀਂ ਚੀਜ਼ ਹੈ ਉਹ ਬੜੀ ਮੁਸ਼ਕਿਲ। ਸੋ ਇਕਨੋਮੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜੋ ਅਸੀਂ ਪੜ੍ਹ ਰਹੇ ਹਾਂ ਸੁਣ ਰਹੇ ਹਾਂ, ਉਹਦੇ 'ਚ ਇਹੀ ਆ ਰਿਹਾ ਕਿ ਥੋੜਾ ਜਿਹਾ ਇਕਨੋਮੀ ਦੇ ਵਿੱਚ ਅਪਸਰਜ ਜਿਹਾ ਨਜ਼ਰ ਆ ਰਿਹਾ ਜੀ। ਹੈ। ਖਾਸ ਤੌਰ ਤੇ ਰੀਅਲ ਏਸਟੇਟ ਦੇ ਬਾਰੇ ਵੀ ਕਹਿ ਰਹੇ ਨੇ ਕਿ ਥੋੜੀ ਬਹੁਤੀ ਹਲਚਲ ਜੋ ਹੈ ਉਹ ਸ਼ੁਰੂਆਤ ਹੋਈ ਜੀ। ਹੈ। ਸੋ ਇਹਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਤੇ ਇਹਦਾ ਅਗੇਨ ਇਹਦਾ ਇੰਪੈਕਟ ਕੈਨੇਡਾ ਤੇ ਕੀ ਪਏਗਾ? ਦੇਖੋ, ਟੈਕਨੀਕਲੀ ਹਰ ਕੰਟਰੀ ਦੇ ਵਿੱਚ ਰੀਅਲ ਏਸਟੇਟ ਜਿਹੜਾ ਹੈ ਨਾ, ਉਹ ਕਮ ਸੇ ਕਮ 50-55% ਦੀ ਇਕਨੋਮੀ ਨੂੰ ਕੰਟਰੀਬਿਊਟ ਕਰਦਾ ਹੈ। ਜੀ। ਉਹ ਕਿਉਂ? ਕਿਉਂਕਿ ਰੀਅਲ ਏਸਟੇਟ ਇੱਕ ਸਿਰਫ ਘਰ ਵੇਚਣਾ ਹੀ ਨਹੀਂ ਹੁੰਦਾ। ਠੀਕ। ਉਹ 'ਚ ਇਲੈਕਟ੍ਰੀਸ਼ੀਅਨ ਨੇ, ਪਲੰਬਰਸ ਨੇ, ਲੇਬਰ ਫੋਰਸ ਹੈ, Right. ਜਿਹੜੇ ਸਾਰਿਆਂ ਨੂੰ ਇੰਨਾ ਕੰਮ ਮਿਲਦਾ ਹੈ ਤੇ ਸਾਰਿਆਂ ਨੂੰ ਰੋਟੀ ਖਾਣ ਨੂੰ ਲੱਭਦੀ ਹੈ। ਜੀ। ਸੋ ਹੁਣ ਜਿਹੜੀ ਸਿਚੁਏਸ਼ਨ ਇਸ ਵੇਲੇ ਹੈ, ਇਟਸ ਇਨਕਰੇਜਿੰਗ, ਇਟਸ ਗੁੱਡ ਕਿ ਥੋੜੀ ਜਿਹੀ ਇਕਨੋਮੀ ਉੱਥੇ ਮੂਵ ਹੋ ਰਹੀ ਹੈ। ਜੇ ਉੱਥੇ ਇਕਨੋਮੀ ਮੂਵ ਹੋਏਗੀ, ਉਹਦੀ ਰਿਕੁਆਇਰਮੈਂਟ ਲਈ ਸਾਡੇ ਕੰਟਰੀ 'ਚੋਂ ਕੁਝ ਸਮਾਨ ਉੱਧਰ ਐਕਸਪੋਰਟ ਹੋਏਗਾ, ਜੀ। ਕੁਝ ਲੇਬਰ ਫੋਰਸ ਜਾਏਗੀ, ਕੁਝ ਸਾਡੇ ਪ੍ਰੋਫੈਸ਼ਨਲਸ ਨੂੰ ਕੰਮ ਮਿਲੇਗਾ ਕਿ ਇਹ ਪਲੈਨਿੰਗ ਹੈ, ਕੁਝ ਕਰਨਾ ਹੈ। ਇਹ ਹੈਂਡ ਟੂ ਹੈਂਡ ਹੈ ਦੋਨੇ ਬੰਨੇ। ਜੀ। ਪਰ ਅਫਸੋਸ ਉਹ ਇੰਨਾ ਕੁ ਨਾਜ਼ੁਕ ਹੈ ਮੌਕਾ ਇਸ ਵੇਲੇ ਕਿ ਰੱਬ ਨਾ ਕਰੇ ਜੇ ਮਾਰਚ ਵਿੱਚ ਜਾ ਕੇ ਫਿਰ ਕੋਈ ਪਰੇਸ਼ਾਨੀ ਆ ਗਈ Right. ਤੇ ਇਹ ਜਿਹੜੀ ਥੋੜੀ ਬਹੁਤ ਗਰੋਥ ਹੈ ਉਹ ਵੀ ਜਾਂ ਫਿਰ- ਲੋਕਾਂ ਨੇ ਜਿਹੜੀ ਹਿੰਮਤ ਕੀਤੀ ਹੈ ਘਰ ਬਾਏ ਕਰਨ ਦੀ ਜੀ। ਜਾਂ ਕਮਿਟਮੈਂਟਸ ਕੀਤੀਆਂ ਨੇ, ਉਹ ਫਿਰ ਉਹਨਾਂ ਨੂੰ ਬੈਕ ਟਰੈਕ ਕਰਨਾ ਪਵੇ। Right. ਫਿਰ ਉਹਨਾਂ ਨੂੰ ਲੱਗੇ ਕਿ ਕੁਝ ਨਹੀਂ ਹੋ ਰਿਹਾ। ਬਾਕੀ ਜੌਬ ਮਾਰਕੀਟ ਅੱਗੇ ਨਾਲ ਥੋੜੀ ਜਿਹੀ ਇੰਪਰੂਵਡ ਹੈ ਉੱਥੇ, ਨੋ ਡਾਊਟ ਅਬਾਊਟ ਦੈਟ, ਐਂਡ ਥਿੰਗਸ ਆਰ ਲੁਕਿੰਗ ਲਿਟਲ ਬੈਟਰ। ਬਟ ਅਗੇਨ ਬੈਟਰ ਦੇ ਵਿੱਚ ਇਟਸ ਵੈਰੀ ਜਿਹਨੂੰ ਕਹਿੰਦੇ ਨਾ ਥਿਨ ਆਈਸ ਹੈ, ਜਿਹਦੇ ਉੱਤੇ ਸਾਰਾ ਕੁਝ ਚੱਲ ਰਿਹਾ ਹੈ। ਜੇ ਕਿਤੇ ਥਿਨ ਨੂੰ ਅਸੀਂ ਸੋਲਿਡ ਕਰ ਸਕੇ ਤਾਂ ਆਈ ਥਿੰਕ ਬੋਥ ਦ ਕੰਟਰੀਜ਼ ਵਿਲ ਬੈਨੀਫਿਟ ਔਰ ਅਸੀਂ ਲੋਕ ਵੀ ਖੁਸ਼ਹਾਲ ਹੋ ਸਕਾਂਗੇ। ਰਾਈਟ। ਐਂਡ ਅਗੇਨ ਐਜ਼ ਕੈਨੇਡਾ ਇਜ਼ ਅ ਮੇਜਰ ਟ੍ਰੇਡਿੰਗ ਪਾਰਟਨਰ ਵਿਦ ਯੂਨਾਈਟਿਡ ਸਟੇਟਸ, ਸੋ ਜੋ ਉੱਥੇ ਹੋਣਾ ਉਹਦਾ ਅਸਰ ਇੱਥੇ ਵੀ ਪੈਣਾ ਹੈਗਾ। ਸੋ ਐਜ਼ ਅ ਕੈਨੇਡੀਅਨ ਤੁਸੀਂ ਜੋ ਆਬਜ਼ਰਵ ਕਰ ਰਹੇ ਹੋ, ਜੋ ਸਾਡੀ ਪਾਲਿਸੀਜ਼ ਜੋ ਅਸੀਂ ਸਾਡੀ ਕੈਨੇਡੀਅਨ ਗਵਰਨਮੈਂਟ ਲੈ ਕੇ ਆ ਰਹੀ ਹੈ ਜਾਂ ਬੈਂਕਸ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਹੈ, ਉਹਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ? ਤਾਂ ਉਹਦਾ ਕੀ ਸਮਝ ਰਹੇ ਹੋ ਤੁਸੀਂ ਕਿ ਸਹੀ ਤਰੀਕੇ ਨਾਲ ਸਟੈਪਸ ਇਨੀਸ਼ੀਏਟ ਕੀਤੇ ਜਾ ਰਹੇ ਨੇ ਜਾਂ ਅਜੇ ਹੋਰ ਵੀ ਕੁਝ ਕਰਨ ਦੀ ਲੋੜ ਹੈ? ਦੇਖੋ, ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਜਿਹੜੀਆਂ ਪਾਲਿਸੀਜ਼ ਬਣਦੀਆਂ ਨੇ ਇਹ ਬਹੁਤ ਸਾਰੇ ਪ੍ਰੋਫੈਸ਼ਨਲਸ ਆਪਣੀ ਇਨਪੁਟ ਦਿੰਦੇ ਨੇ ਤੇ ਫਿਰ ਬਣਦੀਆਂ ਨੇ। ਰਾਈਟ। ਪੰਜਾਬੀ 'ਚ ਇੱਕ ਕਹਾਵਤ ਹੈ, ਲੜਨ ਫੌਜਾਂ ਨਾ ਸਰਕਾਰ ਦਾ। ਲੜਨ ਫੌਜਾਂ ਕੌਣ ਹੈ? ਜਿਹੜੇ ਇਕਨੋਮਿਸਟ ਨੇ, ਜਿਹੜੀਆਂ ਪਾਲਿਸੀਜ਼ ਬਣਾ ਰਹੇ ਨੇ। ਹੁਣ ਜੇ ਮੈਂ ਪ੍ਰੀਮੀਅਰ ਆ ਜਾਂ ਮੈਂ ਪ੍ਰੈਜ਼ੀਡੈਂਟ ਆ, ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਮੂੰਹੋਂ ਬੋਲਤਾ ਤੇ ਲੱਗਾ ਮਿਸਟਰ ਕਲਸੀ ਨੇ ਸਾਰਾ ਕੀਤਾ। ਇਟਸ ਨਾਟ ਲਾਈਕ ਦੈਟ। ਸੋ ਜਿਹੜੇ ਇਕਨੋਮਿਸਟ ਨੇ ਉਹ ਹਰ ਪੱਖੋਂ ਹਰ ਚੀਜ਼ ਨੂੰ ਦੇਖ ਰਹੇ ਨੇ। ਕੁਝ ਸਾਡੇ 'ਚ ਗਲਤੀਆਂ ਵੀ ਹੋਈਆਂ ਤਦ ਇਹ ਬੈਂਕ ਥੱਲੇ ਆਏ। ਜੇ ਬੈਂਕ ਇੰਨੀਆਂ ਗਲਤੀਆਂ ਨਾ ਕਰਦੇ, ਡਾਊਨਗ੍ਰੇਡ ਉਹਨਾਂ ਨੇ ਕਰਨਾ ਨਹੀਂ ਸੀ, ਡਾਊਨਗ੍ਰੇਡ ਨਹੀਂ ਸੀ ਕਰਨਾ, ਤੇ ਜੇ ਡਾਊਨਗ੍ਰੇਡ ਨਾ ਕਰਦੇ ਤੇ ਤੁਹਾਡੇ ਮੇਰੇ ਉੱਤੇ ਭਾਰ ਘੱਟ ਹੋਣਾ ਸੀ। ਹੁਣ ਅਸੀਂ ਉਹ ਭਾਰ ਪੈ ਗਿਆ, ਹੁਣ ਉਸ ਭਾਰ ਨੂੰ ਚੱਲਣਾ ਹੈ। ਸੋ ਕਹਿਣ ਦਾ ਮਤਲਬ ਇਹਨਾਂ ਦੀ ਜਿਹੜੀ ਇੱਕ ਦੂਜਾ ਰਿਪਲ ਇਫੈਕਟ ਹੈ ਨਾ, ਉਹ ਰਹਿਣਾ ਹੀ ਰਹਿਣਾ ਹੈ। ਪਰ ਦੂਸਰੇ ਬੰਨੇ ਜਿਹੜੀ ਇਕਨੋਮੀ ਅੱਜ 4 ਸਾਲ ਦੇ ਵਿੱਚ ਠੀਕ ਹੋਣ ਦੀ ਉਮੀਦ ਸੀ, ਉਹ 4 ਦੀ ਜਗ੍ਹਾ 7-8 ਸਾਲ ਤੇ ਚਲੀ ਗਈ। ਪਰ ਜਿਹੜੇ ਅੱਜ ਦੀ ਡੇਟ 'ਚ ਬਹੁਤ ਸਿਆਣੇ ਪੰਡਿਤ ਹੈ, ਉਹ ਫਿਰ ਵੀ ਇਸ ਗੱਲ ਨੂੰ ਕਹਿੰਦੇ ਨੇ। ਪੰਡਤ ਦਾ ਮਤਲਬ ਸਿਰਫ ਪੰਜਾਬੀ 'ਚ ਹੀ ਪੰਡਤ ਨਹੀਂ ਹੁੰਦਾ, ਅੰਗਰੇਜ਼ੀ 'ਚ ਵੀ ਕਹਿੰਦੇ ਨੇ। ਸੋ ਪੰਡਿਤ ਜਿਹੜੇ ਨੇ ਇਕਨੋਮੀ ਦੇ, ਉਹ ਕਹਿੰਦੇ ਨੇ ਕਿ ਫਿਰ ਉਹ ਸਟੇਬਿਲਿਟੀ ਆਉਂਦੇ ਘੱਟੋ ਘੱਟ 10 ਸਾਲ ਚਾਹੀਦੇ। Okay, so it's wait and watch again. Wait and watch. Whatever you have to do, be very patient, analyze and then take a step. Just don't jump into the bandwagon. Absolutely, I agree with you. And whatever you make now, hold on. Absolutely. Hold on. Don't get excited. Right. ਜੇ ਤੁਸੀਂ hold on ਕਰ ਲੋਗੇ, ਤੁਹਾਨੂੰ ਅੰਦਰੋਂ ਆਪਣੇ ਅੰਦਰ confidence ਹੋਏਗਾ ਕਿ I'm in a stable position. Right. Don't look at other people. Look at your personal affairs, and that way, that will reflect a good stability towards your family, to your life. And I believe we'll be all happy. Sir, thank you very much for your time. Pleasure having you once again. Thank you for having me. Thank you.